ਅੱਜ ਇੱਥੇ ਹਲਕਾ ਕੋਟਕਪੂਰਾ ਦੇ ਉਹ ਮਹਾਨ ਲੋਕ ਜਿਨ੍ਹਾਂ ਨੇ ईमानदारी ਦੇ ਨਾਲ ਖੜ ਕੇ ਹਮੇਸ਼ਾ ਹੀ ईमानदारी ਨੂੰ ਤਕੜਾ ਕਰਨ ਲਈ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਅੰਗਰੇਜ਼ਾਂ ਤੋਂ ਰਾਜ ਆਜ਼ਾਦੀ ਦਿਵਾਉਣ ਦੇ ਲਈ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ। ਉਹਨਾਂ ਸਾਰਾ ਵੱਲੋਂ ਅੱਜ ਇੱਥੇ ਸਰਦਾਰ ਭਗਵੰਤ ਸਿੰਘ ਮਾਨ ਕੋਟਕਪੂਰੇ ਦੀ ਧਰਤੀਆਂ ਉੱਤੇ ਜੀਆ ਕਿੰਨਾ ਔਰ ਸਾਡੇ ਪੰਜਾਬ ਦਾ ਮਾਣ ਬਣੇ ਰਹਿਣਗੇ। ਔਰ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣ ਚਾਹੁੰਦਾ। ਦੇਖੋ ਕੋਈ ਵੀ ਰਸਤਾ ਨਹੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਕਿ ਜੇ ਭਾਵੇਂ ਨੀਲਿਆਂ ਦੀ ਸਰਕਾਰ ਬਣਦੀ ਰਹੀ ਹੈ 74 ਸਾਲਾਂ ਦੇ ਵਿੱਚ ਜਾਂ ਚਿੱਟੇ ਦੀ ਸਰਕਾਰ ਬਣਦੀ ਰਹੀ ਹੈ, ਕੰਮ ਸਿਰਫ ਲੀਡਰਾਂ ਦੇ ਹੁੰਦੇ ਸੀ ਜਾਂ ਉਹਨਾਂ ਦੇ ਟੈਲੀਫੋਨ ਤੇ ਹੁੰਦੇ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਟੈਲੀਫੋਨ ਤੇ ਹੋਇਆ ਕਰਨਗੇ, ਤੁਹਾਡੇ ਟੈਲੀਫੋਨ ਤੇ ਹੋਇਆ ਕਰਨਗੇ। ਆਮ ਆਦਮੀ ਪਾਰਟੀ ਦਾ ਪਹਿਲਾ ਐਲਾਨ ਜੇ ਲੀਡਰਾਂ ਦੇ ਇਲਾਜ ਮੁਫਤ ਹੈ ਤਾਂ ਲੀਡਰ ਬਣਾਉਣ ਵਾਲੇ ਆਮ ਲੋਕਾਂ ਨੂੰ ਵੀ ਹੁਣ ਆਪਦਾ ਘਰ ਨਹੀਂ ਵੇਚਣਾ ਪੈਣਾ ਇਲਾਜ ਕਰਾਉਣ ਲਈ। ਤੁਹਾਡੇ ਸਾਰਿਆਂ ਦਾ ਇਲਾਜ ਉਸੇ ਤਰ੍ਹਾਂ ਤੇ ਮੁਫਤ ਹੋਇਆ ਕਰੇਗਾ ਜਿਵੇਂ MLA MP ਦਾ ਇਲਾਜ ਮੁਫਤ ਹੁੰਦਾ। ਜੇ ਲੀਡਰਾਂ ਨੂੰ ਬਿਜਲੀ ਫਰੀ ਹੈ ਤਾਂ ਤੁਹਾਨੂੰ ਵੀ ਬਿਜਲੀ 300 ਯੂਨਿਟ ਫਰੀ ਮਿਲਿਆ ਕਰੇਗੀ। ਇਹ ਆਮ ਆਦਮੀ ਪਾਰਟੀ ਦਾ ਐਲਾਨ ਹੈ। ਆਮ ਆਦਮੀ ਪਾਰਟੀ 600 ਯੂਨਿਟ ਰੋਜ਼ ਮਿਲੇਗੀ। ਬਾਕੀ ਧੀਆਂ ਭੈਣਾਂ ਨੂੰ ਭਾਵੇਂ ਜਿੱਥੇ ਮਰਜ਼ੀ ਘਰੇ ਬੈਠੀਆਂ ਹੋਣ ਉਹਨਾਂ ਨੂੰ ਪੇਕੇ ਜਾਣ ਲੱਗੇ ਪੈਸੇ ਘਰ ਵਾਲੇ ਤੋਂ ਮੰਗਣੇ ਪੈਂਦੇ ਆ, ਸਹੁਰੇ ਤੋਂ ਮੰਗਣੇ ਪੈਂਦੇ ਆ ਤੇ ਉਹ ਸਾਰੀ ਗੱਲ ਕਰਾਂਗੀਆਂ। ਅਰਜਨ ਕੇਜਰੀਵਾਲ ਨੇ ਐਲਾਨ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਵਿੱਚ ਬਣ ਗਈ ਤਾਂ ਹਰ ਮਹੀਨੇ 1000 ਰੁਪਇਆ ਸਾਡੀਆਂ 18 ਸਾਲ ਤੋਂ ਉੱਪਰ ਧੀਆਂ ਭੈਣਾਂ ਨੂੰ ਮਾਰੋ ਤਾਂ ਕੋਟਕਪੂਰੇ ਸ਼ਹਿਰ ਦੇ ਵਿੱਚ ਪਿਛਲੇ 15 ਸਾਲਾਂ ਤੋਂ ਸਾਡੇ ਹੀਰਿਆਂ ਦੇ ਬੱਚਿਆਂ ਨੂੰ ਗਲੀਆਂ ਵਿੱਚ ਰੋਲਿਆ ਜਾ ਰਿਹਾ। ਹਰੇਕ ਗਲੀ ਦੇ ਸੀਵਰੇਜ ਦਾ ਪਾਣੀ ਫਿਰਦਾ। ਅੱਜ ਹੁਣ ਜਿੱਥੇ ਨਵਾਂ ਸੀਵਰੇਜ ਪਾਇਆ ਸੀ ਉੱਥੋਂ ਵੀ ਪੈਸੇ ਖਾ ਗਏ। ਇਹ ਕਹਿੰਦੇ 700 ਕਰੋੜ ਰੁਪਇਆ ਲਾਤਾ। ਉਹ ਮੁਕਤਸਰ ਵਾਲੇ ਕਹਿੰਦੇ ਆ ਕੋਟਕਪੂਰੇ ਵਾਲੇ ਇੱਕ ਦੋ ਕਾਂਗਰਸੀ ਕਹਿੰਦੇ 117 ਕਰੋੜ ਰੁਪਇਆ ਲਾਤਾ। ਓਏ 800 ਕਰੋੜ ਰੁਪਇਆ ਤਾਂ ਕੋਟਕਪੂਰਾ ਪੈਂਸ ਬਣ ਜਾਣਾ ਸੀ। ਪਰ ਨਾ ਇੱਕ ਗੰਦੀ ਸਰਕਾਰ ਨੇ ਸਾਨੂੰ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਮਿਲਿਆ ਪਾਣੀ ਆ ਰਿਹਾ ਹੈ। ਕੋਈ ਗੱਲ ਆਮ ਆਦਮੀ ਪਾਰਟੀ ਦੇ ਆਉਣ ਤੇ ਸੀਵਰੇਜ ਦਾ ਪ੍ਰਬੰਧ ਹੋਏਗਾ, ਪ੍ਰੋਪਰ ਪ੍ਰਬੰਧ ਹੋਏਗਾ। ਸਾਰੀਆਂ ਗਲੀਆਂ ਬਣਾਵਾਂਗੇ, ਇਮਾਨਦਾਰੀ ਨਾਲ ਕੰਮ ਕਰਾਵਾਂਗੇ ਤੇ ਪੀਣ ਵਾਲਾ ਪਾਣੀ ਵੀ ਪ੍ਰੋਪਰ ਦਿੱਤਾ ਜਾਏਗਾ। ਪੀਣ ਵਾਲਾ ਪਾਣੀ ਪ੍ਰੋਪਰ ਦਿੱਤਾ ਜਾਏਗਾ। ਮੈਨੂੰ ਕਹਿੰਦੇ ਤੇ ਫਿਰ ਸਕੂਲਾਂ ਦੀ ਲੁੱਟ ਬੰਦ ਕਰਨੀ ਹੈ ਆਮ ਆਦਮੀ ਪਾਰਟੀ ਨੇ। ਇਹ ਗੱਲਾਂ ਨਹੀਂ ਹੈ ਕਿਉਂਕਿ ਸਾਡਾ ਲੀਡਰ ਹੈ ਅਰਵਿੰਦ ਕੇਜਰੀਵਾਲ ਜਿਹਨੇ ਲੁੱਟ ਦਿੱਲੀ ਚ ਬੰਦ ਕਰਕੇ ਦਿਖਾਤੀ। ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ ਆ ਔਰ ਉਹ ਵੀ ਫ੍ਰੀ ਵਰਗੀ ਐਜੂਕੇਸ਼ਨ ਦੇ ਰਹੇ ਆ। ਸੋ ਇਸ ਤਰ੍ਹਾਂ ਦਾ ਨਿਜ਼ਾਮ ਪੰਜਾਬ ਵਿੱਚ ਬਣਾਉਣਾ ਹੈ। ਕਹਿੰਦੇ ਜੀ ਸਿਰਫ ਇੱਕੋ ਮੁੱਖ ਮੰਤਰੀ ਆ ਦੇਸ਼ ਦੇ ਵਿੱਚ ਜਿਹਨੇ ਕਿਹਾ ਕਿ ਜੇ ਮੈਂ ਕੰਮ ਕੀਤਾ ਤਾਂ ਵੋਟਾਂ ਪਾਇਓ। ਇਹਨਾਂ ਅਗਲਿਆਂ ਨੂੰ ਬਿਠਾਓ, ਅਗਲਿਆਂ ਨੂੰ ਬਿਠਾਓ ਬਿਠਾ ਲਓ। ਮੈਂ ਕੰਮ ਕੀਤਾ ਤਾਂ ਵੋਟਾਂ ਪਾਇਓ, ਨਹੀਂ ਕੀਤਾ ਤਾਂ ਕਰਨ ਵਾਲੇ ਨੂੰ ਪਾ ਦਿਓ। ਇਹ ਸਾਡੇ ਅੰਦਰ ਫਿਰ ਮੈਨੂੰ ਇੱਕ ਸਿਆਣਾ ਬੰਦਾ ਪੁੱਛਿਆ, ਕਹਿੰਦਾ ਯਾਰ ਤੁਸੀਂ 1000 ਰੁਪਇਆ ਹਰ ਮਹੀਨੇ ਔਰਤਾਂ ਨੂੰ ਦਿਓਗੇ ਪੰਜਾਬ ਦੀਆਂ ਸਾਰੀਆਂ ਜਿਹੜੇ 18 ਸਾਲ ਤੋਂ ਉੱਪਰ ਹੈ। ਤੁਸੀਂ ਇਲਾਜ ਵੀ ਮੁਫਤ ਕਰ ਦਿਓਗੇ। ਤੁਸੀਂ PRTC ਦੇ ਵਿੱਚ, ਤੁਸੀਂ ਮੰਡੀ ਬੋਰਡ ਦੇ ਵਿੱਚ ਜਿਹੜੇ ਬੱਚਿਆਂ ਦਾ ਸਕੂਲਾਂ ਦੇ ਵਿੱਚ 10-10 ਹਜ਼ਾਰ ਦੇ ਉੱਤੇ 5-5 ਹਜ਼ਾਰ ਦੇ ਉੱਤੇ ਸ਼ੋਸ਼ਣ ਹੁੰਦਾ ਉਹਨੂੰ ਬੰਦ ਕਰਕੇ ਉਹਨਾਂ ਦੀਆਂ ਤਨਖਾਹਾਂ ਵਧਾਓਗੇ। ਜਿਵੇਂ ਘੱਟੋ ਘੱਟ 15,000 ਤਾਂ ਹੋਣੀ ਚਾਹੀਦੀ ਹੈ ਤੇ ਇੰਨਾ ਪੈਸਾ। ਔਰ ਮੈਂ ਐਲਾਨ ਕਰਦਾ ਕਿ ਮੰਡੀ ਬੋਰਡ ਵਾਲੇ ਹੋਣ ਭਾਵੇਂ ਸਾਡੇ ਮੀਟਰ ਰੀਡਰ ਹੋਣ ਉਹਨਾਂ ਦਾ ਠੱਗੀ ਵੱਜਦੀ ਆ। 8 ਰੁਪਏ ਨੂੰ ਕਹਿੰਦਾ ਠੇਕੇਦਾਰ, ਇਹ ਠੇਕੇਦਾਰ ਸਿਸਟਮ ਹੀ ਬੰਦ ਕਰਾਂਗੇ। ਉਹਨਾਂ ਨੂੰ 3 ਰੁਪਏ ਨੂੰ ਦਿੱਤੀ ਜਾਂਦੀ ਹੈ।
कहते तुसी ऐदा मतलब जी ठगी बंद करना तो पैसा तो चाहिए बच्चों की तनख्वाह वास्ते तो पैसा तो चाहिए ये आएगा कितों कि साडे जेडे साबका हाई कोर्ट सुप्रीम कोर्ट के जस्टिस ने हाई कोर्ट के जस्टिस ने उन्होंने कहा 1.5 लाख करोड़ तक कला 2 मुख्यमंत्री खा गए पंजाब से 2 मुख्यमंत्री खा गए सारा कर्जा 3 लाख करोड़ है कि ਇਹਦੇ ਬਾਰੇ ना तो कोई कांग्रेसी बोलिया ना ही नीला बोलिया अकाली दल ने कहता ना ही बादल के बोलिया कि जे बोलिया तो कला साडा हीरा भगवंत मान बोलिया माना तेरी सोच माना तेरी सोच कि जब असं 1.5 लाख करोड़ उत्ते ही खिंच लिया तो 2500 रुपया पेंशन भी देवांगे 1000 रुपया भी भैनों को देवांगे सारा कुछ करांगे ते अज कोड लगन वाला तैयारी कर लियो हुण मैं मान साहब को बुलाउणा ते आ थोड़ा एडा इकट्ठ वेख के हुण इन्हां ने जिहड़े इन्हां ने काले कमाई बनाई आ ना वो घरां 'च लैके आउणगे वेखियो ਜਿਹੜੀ ਤਾਂ ਹੁੰਦੀ ਹੈ ਤੁਹਾਡੀ ਕਮਾਈ ਖੂਨ ਪਸੀਨੇ ਦੀ ਉਹਦਾ ਤਾਂ ਤੁਸੀਂ 10 ਰੁਪਏ ਕਿਸੇ ਨੂੰ ਤੇਰੇ 100 ਲੱਗਦੀ ਆ ਤੇ ਇਹ ਵੀ ਲੈ ਕੇ ਆਉਣਗੇ ਇਹ ਆਪਣੇ ਲੁੱਟ ਦੀ ਕਮਾਈ ਆ ਇਹ ਨੀਲੇ ਦੇ ਚਿੱਟੇ ਰਾਤ ਨੂੰ ਲੈ ਕੇ ਆਉਣਗੇ ਤੁਹਾਡੇ ਘਰਾਂ ਦੇ ਵਿੱਚ ਜਿਹਨੇ ਲੈਣੇ ਹੋਏ ਲੈ ਲਿਓ ਮੋੜਿਓ ਨਾ ਐਵੇਂ ਦੇ ਟੁੱਟ ਜੂ 100 ਨਹੀਂ ਲੱਗਦੀ ਤੇ ਵੋਟ ਕਿੱਥੇ ਪਾਉਣੀ ਹੈ ਕਿਹੜਾ ਬਣ ਲੱਭਣਾ ਸੋ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਦਾ कि राशन का राशन मैं 5 साल बेनती करा कि राशन कार्ड की बड़ी बड़ी समस्या नीले काला करप्शन चलाई है बारकोड की 2-2000 की करप्शन की है ਤੁਹਾਨੂੰ ਹੁਣ ਕਣਕ ਮਿਲੂਗੀ ਮਾਰਚ ਦੀ ਮਿਲੂਗੀ ਆਮ ਆਦਮੀ ਪਾਰਟੀ ਤੁਹਾਡੇ ਕਾਰਡ ਫ੍ਰੀ ਦੇ ਵਿੱਚ ਬਣਾ ਕੇ ਦੇਊਗੀ ਨੀਲੇ ਕਾਰਡ ਸਾਰੇ ਨੂੰ ਬਣਾ ਕੇ ਦੇਵਾਂਗੇ ਜਿਹੜੇ ਚਾਹੀਦੇ ਸੋ ਮੈਂ ਬੇਨਤੀ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਆ ਕੇ ਤੁਹਾਨੂੰ ਮੁਖਾਤਬ ਹੋ ਸਰਦਾਰ ਭਗਵੰਤ ਸਿੰਘ ਮਾਨ ਮਾਨਾ ਤੇਰੀ ਸੋਚ कोटकपूरे की धरती इन्नी भारी गिनती के विच तेरा कैमरा यार ऐ ना करो खराब मौसम हरप्रीत के बावजूद ਵੀਰੇ तेरा आप कैमरा हमारे चल के आए तेरा ਵਿੱਚ ਆਉਂਦਾ सत्कारयोग बुजुर्ग नौजवान वीर मामा भैणा मीडिया वाले साडी पार्टी के लीडर साहबान सब तो पहला फतेह प्रवान करे वाहिगुरू जी का खालसा वीरो लगभग 2 बार चुके ने ते कांग्रेस की सरकार जिहड़ी है ਉਹਦਾ टाइम सिर्फ 1.5 घंटा रह गया 3:30 बजे इलेक्शन कमीशन की प्रेस कॉन्फ्रेंस है प्रेस कॉन्फ्रेंस शुरू होने सार आज जिन्हें झूठे जिन्हें लिखे सब बेकार बहुत बड़े बड़े नारे लाए पहला 2017 च लाए घर घर साडे कार्ड वंड के गए हजे भी तुहाडे गीटियां च जेबां च फुट बटूए च वो कार्ड जा पिया होना जिते एक पासे राहुल गांधी जी ते सोनिया गांधी जी की फोटो दूसरे पासे कैप्टन की फोटो ते लिखा हुआ है कैप्टन ने 100 चक्की छोटी नौकरी पक्की लिखा है ना कुदरत देखो कुदरत बड़ी बलवान है थोनू नौकरी देने वाला 3-4 महीने पहला आम बेरोजगार हो गया कुदरत उस तो बाद तो भी बड़ा गप मारना आया चन्नी आउन सार कहना मैं बांदर कीला खेड लेना
केजरीवाल कहते खेलना नहीं आता, गुल्ली डंडा भी खेल लिया, मैं मंजे बुन लेना, मैं टेंट ला लेना, जो जिन्हें को जाता कहना मैं ये काम कर लेना, मैं किया होया। ये सारा नहीं किया होया यार। पंजाब के पिंडां दे विच, मालवे के पिंडां दे विच, माਝੇ के पिंडां जन्मे हुए सारे बंदे काम नहीं किया होया, हत्थी किया होया। ਇਹਦਾ ਕੋਈ ਮੁਕਾਬਲਾ ਤਾਂ नहीं चल रहा ना कि चोण कमिशन इस बार बंद किले के मुद्दे ते वोटां पाऊगा। ला फिर शर्त ला लो, ਉਹਦੇ ਵੀ ਆਮ ਆਦਮੀ ਪਾर्टी जित जूगी। अपने तो पिंडां वाले तो है सारे। कोई विकास की गल करो यार, कोई विजन दो। सारा पंजाब रंगता, कोई रोडवेज की बस नहीं छड़ी, कोई खंबा नहीं छड़िया, कोई दरख्त नहीं छड़िया, कोई मोटर वाला कोठा नहीं छड़िया जिथे बोर्ड ना लगे होवे। बोर्ड लगे पे ने आ करता कहंदे 36,000 कच्चे मुलाजमां नूं पक्के करता। मैं प्रेस कॉन्फ्रेंस दे विच पुछया, मैं क्या चन्नी साहब मैं पिछलियां 3 जीरो कट दिना, मैनूं 36 मिला दो, कित्थे रहिंदे ने जिहड़े पक्के कीते ने 36। जदों रौला पै गया आप ही मुकर गया, कहना मैं तो फाइल भेजी हुई है राज्यपाल कोले, दस्तखत नहीं करता। भाई जे तुहानूं पता है कि हजे फाइल भेजी हुई है, हजे दस्तखत होके आए नहीं, फिर तुसीं पंजाब दे विच बोर्ड क्यों लवाए, झूठे बोर्ड क्यों लवाए? तुसीं उत्थे लिख दे कि 36,000 कच्चे मुलाजमां की फाइल राज्यपाल नूं भेजी, फिर मान लैंदे। ਇਹਦਾ मतलब बाकी ਦੇ ਸਾਰੇ बोर्ड ਜਿਹੜੇ ਲਾਏ ਨੇ ਉਹ ਵੀ ਝੂਠ ने। 5-5 मरले वाले प्लाट मिल गए, ਜਿਹੜੇ ਕੱਚੇ ਘਰ ਸੀ ਪੱਕੇ ਹੋ ਗਏ, बिजली के बिल सस्ते आ गए, फिर कोई गल भी नहीं पूरी हुई। दिन तो उन्होंने सारे 100 सी। हाँ 100 दिन जे करना होंदा ना, ਜਿਹੜਾ पौने 5 साल रौला पाइए सुमिंदर रंधावे होई, नवजोत सिद्धू होई, जे करना होंदा ਉਹ ਬਰਗਾੜੀ ਵਾਲਾ ਜਿਹੜਾ ਇਨਸਾਫ ਹੈ ਉਹਦੇ ਦੋਸ਼ੀਆਂ ਨੂੰ ਫੜ ਸਕਦੇ ਸੀ, ਜਿਹੜਾ ਉਹ ਲਿਫਾਫਾ ਬੰਦ ਪਿਆ ਕੋਰਟ ਦੇ ਵਿੱਚੋਂ ਖੁਲਵਾ ਸਕਦੇ ਸੀ, ਪਰ ਨਹੀਂ। एक FIR करके कहते कमाल करती, अज तो बाद बस बच जाएंगे। की करिए, इस तो बहुत बड़ा काम कर लगे सी, गल कर कोड लग गया। कुछ नहीं किया इन्होंने, कुछ नहीं किया, सिर्फ लोगों को मूर्ख बनाया। बहुत टाइम हो गया वीरो, आ जाओ हुण, आ जाओ आप नितरे आपां नूं ਅੱਖਾਂ ਤੇ ਖੋਪੇ ਚਾੜ ਲੈਂਦੇ ਆਪਣੇ, ਜਿਵੇਂ ਉਹ ਖੂਹ ਹੁੰਦੇ ਸੀ ਪੁਰਾਣੇ, ਉਹ ਬੋਤਾਂ ਜੋੜਦੇ ਸੀ। ਇਹ ਗੱਲ ਮੈਨੂੰ ਇੱਥੇ ਜਦੋਂ ਮੈਂ ਅੰਦਰ ਬਣਿਆ 2 ਬੋਤੇ ਖੜੇ ਸੀ, ਉੱਥੋਂ ਯਾਦ ਆ ਗਈ। ਉਹਦੇ ਖੋਪੇ ਲਾਉਂਦੇ ਸੀ ਅੱਖਾਂ ਤੇ, ਇੱਕ ਵਾਰੀ ਉਹਨੂੰ ਹੱਕ ਦਿੰਦੇ ਸੀ, ਉਹ ਤੁਰਿਆ ਜਾਂਦਾ ਸੀ, ਇੱਧਰ ਉੱਧਰ ਉਹਨੂੰ ਦਿਖਦਾ ਨਹੀਂ ਸੀ। ਉਹਨੂੰ ਸ਼ਾਮ ਨੂੰ ਜਦੋਂ ਰੋਕਦੇ ਸੀ, ਉਹ ਖੂਹ ਤੋਂ ਹਲਕੀ ਤੋਂ ਲਾਉਂਦੇ ਸੀ, ਤਾਂ ਬੋਤੇ ਨੂੰ ਇਹ ਲੱਗਦਾ ਸੀ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ, ਸਵੇਰ ਦੇ ਚੱਲੇ ਹੋਏ ਹਾਂ। ਜਦੋਂ ਖੋਪੇ ਲਾਉਂਦੇ ਸੀ ਉੱਥੇ ਹੀ ਖੜਾ ਹੁੰਦਾ ਸੀ। ਉਹੀ ਹਾਲ ਆਪਣਾ ਕੀਤਾ ਹੈ। 5 ਸਾਲ ਅਕਾਲੀ ਹੈ, ਖੋਪੇ ਚਾੜ ਲੈਂਦੇ ਨੇ, 5 ਸਾਲ ਕਾਂਗਰਸੀ, ਆਪਾਂ ਤੁਰੇ ਜਾਂਦੇ ਹਾਂ 5 ਸਾਲਾਂ ਬਾਅਦ ਆਪਾਂ ਨੂੰ ਲੱਗਦਾ ਬਹੁਤ ਦੂਰ ਆ ਗਏ ਹੋਵਾਂਗੇ, ਜਦੋਂ ਖੋਪੇ ਲੈਂਦੇ ਨੇ ਉੱਥੇ ਖੜੇ ਹੁੰਦੇ ਆ, ਇੱਥੇ ਖੜੇ ਆਪਾਂ ਨੂੰ ਅੱਗੇ ਤੋਂ ਉਹ ਅੱਖਾਂ ਦੇ ਖੋਪੇ दूर कर दे रहे। इस्लामाबाद पाकिस्तान के एक चिड़ियाघर दे विच एक शेर सी, सच्ची गल है। वो शेर लोगों तो डरदा सी, जदों पिंजरे च बैठे उन्होंने देखण आउंदे सी लोग, तो डर के अपना मूंह लुको लैंदा सी। चिड़ियाघर के प्रबंधक उन्होंने सोचा यार ये करके लोग टिकटां लैंदे आ, भी फोटो होगी, ये डरदा लोगों तो। उन्होंने लंदन तो डिस्कवरी चैनल वाले स्पैशलिस्ट, जानवरों के स्पैशलिस्ट बुला ले। उन्होंने आके वो जो डरदा शेर से आले CCTV कैमरे लाते, रिकॉर्डिंग कर लग गए। 15 दिन रिकॉर्डिंग की,
ਕੱਲਾ ਕੱਲਾ ਫਰੇਮ ਦਾ ਐਕਟੀਵਿਟੀ ਚੈੱਕ ਕੀਤੀ। 15 ਦਿਨਾਂ ਬਾਅਦ ਹੈਰਾਨੀਜਨਕ ਨਤੀਜੇ ਤੇ ਪਹੁੰਚੇ ਉਹ ਕਹਿੰਦੇ ਜੀ ਇਹ ਤਾਂ ਐਂ ਡਰੂਗਾ। ਤਾਂ ਪ੍ਰਬੰਧਕ ਕਹਿੰਦੇ ਜੀ ਕਿਵੇਂ, ਕੀ ਮਤਲਬ? ਕਹਿੰਦਾ ਅਸਲ 'ਚ ਇਹਦੀ ਮਾਂ ਵੀ ਪਿੰਜਰੇ 'ਚ ਸੀ, ਇਹ ਜੰਮੇ ਪਿੰਜਰੇ 'ਚ ਹੈ, ਇਸ ਕਰਕੇ ਇਹਨੂੰ ਪਤਾ ਹੀ ਨਹੀਂ ਕਿ ਮੈਂ ਕੌਣ ਆ। ਸ਼ੇਰ ਨੂੰ ਇਹ ਪਤਾ ਨਹੀਂ ਸੀ ਕਿ ਮੈਂ ਸ਼ੇਰ ਹਾਂ, ਕਿਉਂਕਿ ਪਿੰਜਰੇ 'ਚ ਸੀਗਾ। ਸ਼ੇਰ ਤਾਂ ਉਹ ਤਾਂ ਬਣਦਾ ਜੇ ਉਹ ਜੰਗਲ ਦੇ ਵਿੱਚ ਆਪਣੇ ਜਿਹੜਾ ਝੁੰਡ ਹੈ, ਆਪਣੇ ਝੁੰਡ ਨੂੰ ਵੱਡੇ ਵੱਡੇ ਝੋਟਿਆਂ ਨੂੰ ਗਰਦਨ ਤੋਂ ਫੜ ਕੇ ਥੱਲੇ ਡੇਗਦਾ ਦੇਖਦਾ, ਫਿਰ ਉਹ ਪੰਜੇ ਮਾਰਦਾ ਤੇ ਫਿਰ ਉਹ ਸ਼ੇਰ ਬਣਦਾ। ਮਾਹੌਲ ਸ਼ੇਰ ਬਣਾਉਂਦਾ ਨਾ। ਸੋ ਪਿੰਜਰੇ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ, ਲੋਕ ਉਹਦੇ ਬਾਹਰਲੀ ਖੱਡ ਤੋਂ ਡਰੀ ਜਾਂਦੇ ਨੇ ਵੀ ਸ਼ੇਰ ਹੈ, ਉਹ ਲੋਕਾਂ ਤੋਂ ਡਰੀ ਜਾਂਦਾ ਪਤਾ ਨਹੀਂ ਕੌਣ ਨੇ। ਇਸ ਕਰਕੇ ਵੀਰੋ ਆਪਾਂ ਨੂੰ ਹੁਣ ਤੱਕ ਭ੍ਰਿਸ਼ਟਾਚਾਰੀ ਦੇ ਪਿੰਜਰੇ 'ਚ ਪਾਈ ਰੱਖਿਆ, ਆਪਾਂ ਨੂੰ ਹੁਣ ਤੱਕ ਗਰੀਬੀ ਦੇ, ਮਾਫੀਏ ਦੇ ਪਿੰਜਰੇ 'ਚ, ਮਹਿੰਗਾਈ ਦੇ ਪਿੰਜਰੇ 'ਚ, ਬੇਰੁਜ਼ਗਾਰੀ ਦੇ ਪਿੰਜਰਿਆਂ 'ਚ ਪਾਈ ਰੱਖਿਆ। ਹੈਗੇ ਆਪਾਂ ਸ਼ੇਰ ਹਾਂ। ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕਰਨਾ, ਪਿੰਜਰੇ ਖੋਲ ਦੇਣੇ ਨੇ। ਤੁਸੀਂ ਬਾਹਰ ਨਿਕਲੋ ਤੇ ਤੁਸੀਂ ਸ਼ੇਰ ਹੋ ਸਾਰੇ, ਤੇ ਤੁਸੀਂ ਮਾਹੌਲ ਬਣਾਉਣਾ ਪੰਜਾਬ। ਇਹਨਾਂ ਤੋਂ ਕੋਈ ਉਮੀਦ ਨਾ ਕਰੋ, ਇਹਨਾਂ ਤੋਂ ਕੋਈ ਉਮੀਦ ਨਾ ਕਰਿਓ। ਦੁਨੀਆ ਚੰਦ ਤੇ ਚੜ ਗਈ, ਅਸੀਂ ਹਜੇ ਸੀਵਰੇਜ ਦੇ ਵਿੱਚ ਫਿਰਦੇ ਹਾਂ। 67 ਤੋਂ ਲੈ ਕੇ ਜੇ ਦੇਖੀਏ ਚੋਣਾਂ ਹੋਈਆਂ ਪੰਜਾਬ 'ਚ, 25 ਸਾਲ ਕਾਂਗਰਸ ਦੇ ਨੇ ਵੀਰੋ, 19.5 ਸਾਲ ਪਹਿਲੇ ਬਾਦਲ ਕਹਿੰਦੇ ਨੇ। ਜੇ ਦੋਨਾਂ ਦੀ ਜੋੜ ਲਈਏ ਰਾਜ ਕਰਨ ਦੀ ਅਵਧੀ ਤਾਂ 44.5 ਸਾਲ ਬਣਦੀ ਹੈ। ਯਾਰ 44.5 ਸਾਲ 'ਚ ਕੁਝ ਨਹੀਂ ਕਰ ਸਕੇ। ਇਹ ਹੁਣ ਕਿਹੜੇ ਮੂੰਹ ਨਾਲ ਕਹਿੰਦੇ ਨੇ ਇੱਕ ਮੌਕਾ ਹੋਰ ਦੇ ਦਿਓ ਜੀ, ਇੱਕ ਮੌਕਾ ਹੋਰ ਜੀ, ਕਾਂਗਰਸ ਆਊਗੀ ਜੀ। ਉਹ ਵੱਡੇ ਬਾਦਲ ਸਾਹਿਬ ਨੂੰ ਕੱਢੀ ਫਿਰਦੇ ਆ, ਜਦੋਂ ਔਲਾਦ ਮਾਰੀ ਨਿਕਲੇ ਫਿਰ ਬੁੜਿਆਂ ਨੂੰ ਕੰਮ ਕਰਨਾ ਪੈਂਦਾ, ਉਹਨੂੰ ਕੱਢੀ ਫਿਰਦੇ 94 ਸਾਲ ਦੀ ਉਮਰ 'ਚ। ਉਹ ਕਹੀ ਜਾਂਦਾ ਮੇਰੇ ਮੁੰਡੇ ਨੂੰ ਲੀਡਰ ਮੰਨ ਲਓ ਜੀ, ਲੋਕ ਕਹਿੰਦੇ ਨਾਸ ਨਹੀਂ ਪਾਉਂਦੇ। ਕੁਦਰਤ ਹੈ, ਇੱਥੇ ਗੋਲੀਆਂ ਚੱਲੀਆਂ ਸੀ, ਕੁਦਰਤ ਹੈ। ਠੀਕ ਹੈ, ਇੱਥੋਂ ਵਾਲੀਆਂ ਕਚਹਿਰੀਆਂ 'ਚ ਖਰੀਦ ਲੈਣਗੇ ਗਵਾਹ, ਕਰ ਲੈਣਗੇ ਮਹਿੰਗੇ ਵਕੀਲ, ਇੱਥੋਂ ਵਾਲੀਆਂ ਕਚਹਿਰੀਆਂ 'ਚ ਫੈਸਲੇ ਹੱਕ 'ਚ ਕਰਾ ਲੈਣਗੇ, ਪਰ ਪਰਮਾਤਮਾ ਵਾਲੀ ਕਚਹਿਰੀ 'ਚ ਕੋਈ ਵਕੀਲ ਹੱਕ 'ਚ ਨਹੀਂ ਹੋਣਾ। ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ, ਕਿਸੇ ਨੇ ਤੇਰੀ ਜਾਤ ਪੁੱਛੀ। ਇਹ ਉਹੀ ਸਜ਼ਾ ਦੇ ਰਿਹਾ, ਰੱਬ ਸਜ਼ਾ ਦੇ ਰਿਹਾ। ਜਿਹੜੀ ਬਰਗਾੜੀ ਦੇ ਵਿੱਚ ਬੇਅਦਬੀ ਕਰਵਾਈ, ਜੋ ਲੋਕਾਂ ਦੇ ਜ਼ੁਲਮ ਢਾਇਆ, ਦੇਖ ਲਓ ਹੁਣ ਹਾਲਤ ਉਹਨਾਂ ਦੀ, ਉਹ ਟੱਬਰ ਦੀ। ਕੋਈ ਗੱਡੀ 'ਚ ਬਹਿਣ ਨੂੰ ਤਿਆਰ ਨਹੀਂ ਉਹਨਾਂ ਦੇ, ਕੋਈ ਗੱਡੀ 'ਚ ਬੈਠਣ ਨੂੰ ਤਿਆਰ ਨਹੀਂ ਉਹਨਾਂ ਦੀ 'ਚ। ਕਹਿੰਦੇ ਛੱਡੋ ਪਰੇ, ਫੇਸਬੁੱਕ ਤੇ ਗਾਲਾਂ ਪੈਣਗੀਆਂ ਜਿਹਦੇ ਨਾਲ ਫੋਟੋ ਆ ਗਈ। ਆਹ ਹਾਲਤ ਹੋ ਗਈ ਇਹਨਾਂ ਦੀ। ਸੋ ਵੀਰੋ ਅਸੀਂ ਤੁਹਾਡੇ ਨਾਲ ਦੇ, ਤੁਹਾਡੇ ਵਰਗੇ ਆ, ਤੁਹਾਡੇ 'ਚ ਹੀ ਰਹਿੰਦੇ ਆ, ਆਮ ਘਰਾਂ ਤੋਂ ਨਿਕਲੇ ਹੋਏ ਆ। ਇਹੀ ਪੰਗਾ ਇਹਨਾਂ ਨੂੰ ਕਿ ਆਮ ਘਰਾਂ ਦੇ ਧੀਆਂ ਪੁੱਤ ਕਿਉਂ ਜਿੱਤ ਗਏ, ਅਸੀਂ ਜਿੱਤਦੇ ਹੁੰਦੇ। ਕੀ ਗੱਲ ਵੀ ਠੇਕਾ ਲਿਆ ਤੁਸੀਂ? ਕੋਈ ਨੰਬਰਦਾਰੀ ਹੈ? ਲੋਕ ਨੇ, ਲੋਕ ਜਿਤਾਉਂਦੇ ਹੁੰਦੇ ਨੇ। ਲੋਕ ਜਿਹਦੇ ਸਿਰ ਤੇ ਹੱਥ ਧਰ ਦੇਣ ਉਹ ਕਾਮਯਾਬ ਹੈ, ਤੇ ਲੋਕ ਜਿੱਤੋਂ ਮੂੰਹ ਮੋੜ ਲੈਣ ਉਹ ਨਾ ਕਾਮਯਾਬ ਹੈ। ਵੱਡੇ ਵੱਡੇ ਲੀਡਰ ਲੋਕਾਂ ਨੇ ਹਰਾਏ ਨੇ, ਔਰ ਬਿਲਕੁਲ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਤਾਏ ਨੇ, ਵੱਡੀ ਵੱਡੀਆਂ ਪਦਵੀਆਂ ਤੇ ਪਹੁੰਚਾਏ ਨੇ। ਲੋਕ ਨੇ, ਪਬਲਿਕ ਹੈ। ਸੋ ਵੀਰੋ ਇਹ ਦੋਨੇ ਹੀ ਨਾ, ਕੋਈ ਇਹਨਾਂ ਕੋਲ ਕੰਮ ਨਹੀਂ। ਕੱਲਾ ਕੇਜਰੀਵਾਲ ਨੂੰ ਭੰਡੀ ਜਾਓ, ਭਗਵੰਤ ਮਾਨ ਨੂੰ ਗਾਲਾਂ ਦੇਈ ਜਾਓ, ਆਮ ਆਦਮੀ ਪਾਰਟੀ ਫਲਾਨਾ ਤਿਨਕਾ। ਉਹ ਹੁਣ ਤੱਕ ਕਰੀ ਗਏ ਨੇ। ਝਾੜੂ ਤੀਲਾ ਤੀਲਾ ਹੋ ਗਿਆ, ਝਾੜੂ ਤਾਂ ਤੀਲਾ ਤੀਲਾ ਹੋ ਗਿਆ। ਮੈਂ ਜੇ ਝਾੜੂ ਚੋਂ 2-4 ਕਮਜ਼ੋਰ ਤੀਲੇ ਜੇ ਨਿਕਲ ਵੀ ਜਾਣ ਨਾ, ਤਾਂ ਵੀ ਉਹ ਤਾਂ ਸਫਾਈ ਕਰਦਾ ਰਹਿੰਦਾ। ਪਰ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਨਾ ਢੀਂਡਸੇ ਵਾਲੀ, ਫਿਰ ਤੋਲਣ ਜੋਗੀ ਨਹੀਂ ਰਹਿੰਦੀ ਉਹ। ਪੰਜੇ ਚੋਂ ਇੱਕ ਉਂਗਲੀ ਇੱਧਰ ਉੱਧਰ ਹੋ ਜਾਏ, ਉਹੀ ਆਲਾ ਕੋਟ ਜਿਹਾ ਬਣ ਜਾਂਦਾ, ਹੋਰ ਹੀ ਕੁਝ ਬਣ ਜਾਂਦਾ। ਆਪਣੇ ਸੰਭਾਲੋ ਭਾਈ। ਆਮ ਆਦਮੀ ਪਾਰਟੀ ਤਾਂ ਚੱਲ ਰਹੀ ਹੈ, ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ। ਕੋਈ 2-4 ਲੀਡਰ ਚਲੇ ਗਏ, ਕੋਈ ਗੱਲ ਨਹੀਂ, ਪਰ ਲੱਖਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੋ ਰਹੇ ਨੇ। ਨਾਲੇ ਕਾਂਗਰਸ ਤਾਂ ਬੋਲ ਹੀ ਨਹੀਂ ਸਕਦੀ ਜੀ ਆਮ ਆਦਮੀ ਪਾਰਟੀ ਬਾਰੇ। ਉਹ ਦਿੱਲੀ ਦੇ ਵਿੱਚ ਕਿੰਨੀਆਂ ਸੀਟਾਂ ਉਹਨਾਂ ਦੀਆਂ? ਨੈਸ਼ਨਲ ਪਾਰਟੀ, ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ, 1885 'ਚ ਬਣੀ ਕਾਂਗਰਸ। ਉਹ ਪੁਰਾਣੀ ਪਾਰਟੀ, 136 ਸਾਲ ਪੁਰਾਣੀ ਪਾਰਟੀ, ਨੈਸ਼ਨਲ ਕੈਪੀਟਲ 'ਚ, ਦੇਸ਼ ਦੀ ਰਾਜਧਾਨੀ 'ਚ 2015 'ਚ ਕਿੰਨੀਆਂ ਸੀਟਾਂ ਆਈਆਂ? 0। 2020 'ਚ ਕਿੰਨੀਆਂ ਆਈਆਂ? 0।
ਤੇ ਜਦੋਂ ਪਾਰਲੀਮੈਂਟ 'ਚ ਬੋਲਦੇ ਨਾ ਦਿੱਲੀ ਬਾਰੇ, ਮੈਂ ਕਹਿੰਦਾ ਨਾ ਤੁਸੀਂ ਤਾਂ ਬਹਿ ਜਾਓ, ਤੁਸੀਂ ਬੈਠੋ, ਸ਼ਾਬਾਸ਼ ਤੁਸੀਂ ਬੈਠੋ। ਉਹ ਫਿਰ ਉਹਦੀ ਬਹਿ ਜਾਂਦੇ ਨੇ, ਕਹਿੰਦੇ ਠੀਕ ਹੈ ਅੱਗੇ ਤੋਂ ਨਹੀਂ ਕਰਦੇ। ਲੋਕਾਂ ਨੇ ਕੀਤਾ, ਅਸੀਂ ਕੀਤਾ, ਤੁਹਾਡੀਆਂ ਕਰਤੂਤਾਂ ਨੇ ਕੀਤਾ। ਉਹ ਤੋਂ ਪਹਿਲਾਂ 15 ਸਾਲ ਰਾਜ ਕੀਤਾ, ਇੱਕਦਮ 2 ਵਾਰੀ 0-0-0 ਜ਼ਮਾਨਤਾਂ ਜ਼ਬਤ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਇਹ ਪਬਲਿਕ ਦੇ ਵਿੱਚ ਬਹੁਤ ਸ਼ਕਤੀ ਹੈ। ਆਪਾਂ ਖੋਪੇ ਅੱਖਾਂ ਤੋਂ ਲਾਈਏ ਜਿਹੜੇ ਇਹਨਾਂ ਨੇ ਆਪਣੇ ਆਲੇ ਦੁਆਲੇ ਗਰੀਬੀ ਦੇ, ਮਹਿੰਗਾਈ ਦੇ ਟੰਗੇ ਹੋਏ ਨੇ, ਤੇ ਆਪਾਂ ਅੱਗੇ ਵਧੀਏ। ਹੁਣ ਇੱਥੇ ਕੀ ਚੱਲ ਰਿਹਾ ਹੈ ਪੰਜਾਬ 'ਚ? ਚੰਨੀ ਸਾਹਿਬ ਪਿਛਲੇ 100 ਦਿਨ ਦਾ ਹਿਸਾਬ ਦੇ ਰਹੇ ਨੇ, ਕਹਿੰਦਾ ਪਿਛਲੇ 100 ਦਿਨ ਦਾ ਹਿਸਾਬ। ਮੈਂ ਕਿਹਾ ਵੀ ਪੌਣੇ 5 ਸਾਲ ਕਿੱਧਰ ਗਏ? ਠੀਕ ਆ ਕਿ ਭਾਵਾਂ ਕੈਪਟਨ ਵਾਲੇ ਕਹਿੰਦਾ ਉਹਦਾ ਕੈਪਟਨ ਬੜਾ ਮਾੜਾ ਨਿਕਲਿਆ ਤਾਂ ਲੈ। ਤੇ ਉਦੋਂ ਤੁਸੀਂ ਭਾਈ ਮੰਤਰੀ ਸੀ, ਤੁਹਾਡੀ ਕੈਬਨਿਟ ਜਿਹੜੀ 70% ਉਹੀ ਆ। ਬ੍ਰਹਮਿੰਦਰਾ ਵੀ ਉਦੋਂ ਮੰਤਰੀ ਸੀ, ਸੁਖ ਸਰਕਾਰੀਆ ਵੀ ਮੰਤਰੀ ਸੀ, ਵਿਜੇਂਦਰ ਸਿੰਗਲਾ ਵੀ ਮੰਤਰੀ ਸੀ, ਚੰਨੀ ਸਾਹਿਬ ਤੁਸੀਂ ਖੁਦ ਮੰਤਰੀ ਸੀ, ਰਜੀਆ ਸੁਲਤਾਨਾ ਮੰਤਰੀ ਸੀ। ਕੀ ਬਦਲ ਗਿਆ ਬਈ? ਉਹ 5 ਸਾਲ ਕਹਿੰਦੇ ਛੱਡ ਦੋ, ਆਹ 100 ਗਿਣ ਲਓ। ਜਦੋਂ ਨਵੀਂ ਸਰਕਾਰ ਆਉਂਦੀ ਹੈ ਨਾ ਕੋਈ, ਜਿਵੇਂ ਮਾਰਚ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ, ਤਾਂ ਉਸ ਤੋਂ ਬਾਅਦ 100 ਦਿਨ ਜਦੋਂ ਹੋਣਗੇ, ਉਹ 100 ਦਿਨ ਦਾ ਹਿਸਾਬ ਦਿੰਦੇ ਹੁੰਦੇ ਵੀ ਆਹ 100 ਦਿਨ ਨਵੀਂ ਸਰਕਾਰ ਦੇ, ਇਹਦਾ ਹਿਸਾਬ। ਇਹ ਕਾਂਗਰਸ ਵਾਲੇ ਪੁੱਠੇ ਪਾਸੇ ਚੱਲ ਪਏ, ਕਹਿੰਦੇ ਆਖਰੀ 100 ਦਿਨ ਦਾ ਹਿਸਾਬ ਲੈ ਲਓ, ਤਾਂ ਹਾਂ ਤਾਂ ਸਾਨੂੰ ਪਤਾ ਨਹੀਂ। ਸੋ ਵੀਰੋ, ਕੋਈ ਸਰਕਾਰ ਨਹੀਂ ਚੱਲ ਰਹੀ, ਇੱਕ ਦੂਜੇ ਨਾਲ ਲੜੀ ਜਾਂਦੇ ਆ। ਦੂਜੇ ਪਾਸੇ ਬੇਅਦਬੀ ਦੀਆਂ ਘਟਨਾਵਾਂ ਵਧੀ ਜਾਂਦੀਆਂ, ਬੰਬ ਬਲਾਸਟ ਹੋਈ ਜਾਂਦੇ ਆ। ਰੋਕੇ ਕੌਣ? ਜੇ ਸਰਕਾਰ ਹੋਵੇ ਮਜ਼ਬੂਤ ਤੇ ਇਮਾਨਦਾਰ ਸਰਕਾਰ ਦੀ ਲੋੜ ਹੈ ਪੰਜਾਬ ਨੂੰ, ਜਿਹੜਾ ਕਿ ਸਿਰਫ ਆਮ ਆਦਮੀ ਪਾਰਟੀ ਦੇ ਸਕਦੀ ਹੈ। ਅਮਨ ਸ਼ਾਂਤੀ ਵੀ ਬਹਾਲ ਰਹੂ, ਭਾਈਚਾਰਕ ਸਾਂਝ ਵੀ ਬਹਾਲ ਰਹੂ, ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪੈਣੀ, ਕਿਸੇ ਤੇ ਲਾਠੀ ਚਾਰਜ ਨਹੀਂ ਹੋਊ, ਕਿਸੇ ਤੇ ਪਾਣੀ ਦੀਆਂ ਬਾਛੜਾਂ ਨਹੀਂ ਛਿੱਟੇ ਜਾਣਗੀਆਂ, ਕਿਸੇ ਤੇ ਫਾਇਰਿੰਗ ਦੇ ਹੁਕਮ ਨਹੀਂ ਦਿੱਤੇ ਜਾਣਗੇ, ਕਿਸੇ ਨੂੰ ਪਾਣੀ ਦੀ ਟੈਂਕੀ ਤੇ ਚੜ੍ਹਨ ਦੀ ਲੋੜ ਨਹੀਂ ਪੈਣੀ, ਕਿਸੇ ਐਮਐਲਏ ਜਾਂ ਮੰਤਰੀ ਦੇ ਘਰ ਮੂਹਰੇ ਟੈਂਟ ਲਾ ਕੇ ਧੀਆਂ ਭੈਣਾਂ ਨੂੰ ਜਿਹੜਾ ਉਹ ਆਪਣੇ ਚੁੰਨੀਆਂ ਰੋੜਨ ਦੀ ਲੋੜ ਨਹੀਂ ਪੈਣੀ। ਬਸ ਆ 2 ਮਹੀਨੇ ਬਸ ਬਹਿ ਗਏ 2 ਮਹੀਨੇ। ਇਹ ਕੀ ਹੁਣ ਕੀ ਚੱਲ ਰਿਹਾ ਹੈ? ਹੁਣ ਚੱਲ ਰਿਹਾ ਜੀ, ਹਰ ਰੋਜ਼ ਆਪਾਂ ਸੁਣਦੇ ਹਾਂ ਚੰਨੀ ਦੀ ਜਾਖੜ ਨਾਲ ਨਹੀਂ ਬਣ ਗਈ। ਚੰਨੀ ਬਿਆਨ ਦਿੰਦਾ, ਜਾਖੜ ਉਹ ਦਿੱਲੀ ਸ਼ਿਕਾਇਤ ਲਾਇਆ ਹੁੰਦਾ, ਫਿਰ ਉਹ ਚੰਨੀ ਨੂੰ ਬੁਲਾ ਲੈਂਦੇ ਨੇ। ਫਿਰ ਜਾਖੜ ਦੀ ਬਾਜਵੇ ਨਾਲ ਨਹੀਂ ਬਣਦੀ, ਜਾਖੜ ਕੋਈ ਕਹਿੰਦਾ ਬਾਜਵਾ ਸ਼ਿਕਾਇਤ ਲਾਉਂਦਾ, ਫਿਰ ਉਹਨੂੰ ਬੁਲਾ ਲੈਂਦੇ ਨੇ। ਬਾਜਵੇ ਦੀ ਰੰਧਾਵੇ ਨਾਲ ਨਹੀਂ ਬਣਦੀ, ਰੰਧਾਵੇ ਦੀ ਬਿੱਟੂ ਨਾਲ ਨਹੀਂ ਬਣਦੀ, ਬਿੱਟੂ ਦੀ ਸਿੱਧੂ ਨਾਲ ਨਹੀਂ ਬਣਦੀ, ਤੇ ਸੁੱਖ ਨਾਲ ਸਿੱਧੂ ਦੀ ਕਿਸੇ ਨਾਲ ਨਹੀਂ ਬਣਦੀ। ਉਹਦਾ ਇਕੱਲੇ ਹੀ ਇੰਜਣ ਤੁਰਿਆ ਫਿਰਦਾ, ਕਦੇ ਕਿਧਰੇ ਕਦੇ ਕਿਧਰੇ, ਠੀਕ ਹੈ ਨਾ। ਡੱਬੇ ਡੁੱਬੇ ਹੈ ਨਹੀਂ ਇਹਦੇ ਨਾਲ, ਇਕੱਲੇ ਹੀ ਇੰਜਣ ਤੁਰਿਆ ਫਿਰਦਾ, ਕਦੇ ਕਿੱਧਰ ਨੂੰ ਲੰਘ ਜਾਂਦਾ, ਕਦੇ ਕਿੱਧਰ ਨੂੰ ਲੰਘ ਜਾਂਦਾ। ਉਹ ਕਾਂਟੇ ਕੂਟੇ ਵੀ ਨਹੀਂ ਦੇਖਦਾ ਵੀ ਕਾਂਟਾ ਹੋਇਆ ਹੋਇਆ ਜਾਂ ਨਹੀਂ, ਕਦੇ ਲੀਹੋਂ ਲਹੂ ਦੇਖੋ ਤੁਸੀਂ। ਸੋ ਵੀਰੋ, ਆਹ ਚੱਲ ਰਿਹਾ ਇਹਨਾਂ ਕੋਲ। ਹੋਰ ਕੀ ਹੈ? ਹੋਰ ਕੀ ਇਹਨਾਂ ਕੋਲ? ਸੋ ਮੈਂ ਤੁਹਾਨੂੰ ਇਹ ਬੇਨਤੀ ਕਰਨ ਆਇਆ, ਕੋਟਕਪੂਰੇ ਵਾਲਿਓ, ਤੁਹਾਡੇ ਕੋਲੇ ਬਹੁਤ ਵੱਡਾ ਤਾਕਤ ਹੈ, ਜਿਹੜੀ ਕਿ ਤੁਸੀਂ ਸ਼ਾਇਦ ਅੱਜ ਤਰੀਕ ਦਾ ਐਲਾਨ ਹੋ ਜਾਊਗਾ, ਉਹ ਤਰੀਕ ਨੋਟ ਕਰ ਲਿਓ। ਸ਼ਾਇਦ ਰੈਲੀਆਂ ਤੇ ਪਾਬੰਦੀ ਲੱਗੂਗੀ, ਕਿਹਾ ਜਾ ਰਿਹਾ ਹੈ। ਵਰਚੁਅਲ ਰੈਲੀਆਂ ਜਾਂ ਸੋਸ਼ਲ ਮੀਡੀਆ ਜਾਂ ਮੀਡੀਆ ਰਾਹੀਂ ਇਲੈਕਸ਼ਨ ਲੜੀ ਜਾਊਗੀ। ਸੋ ਬਸ ਮਨ ਬਣਾ ਲਿਓ, ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਕਹਿ ਦਿਓ ਕਿ ਬਹੁਤ ਹੋ ਗਿਆ। ਜੇ ਆਪਣੇ ਪਰਿਵਾਰ ਦੀ, ਆਪਣੇ ਪੰਜਾਬ ਦੀ ਕਿਸਮਤ ਬਦਲਣੀ ਹੈ ਤਾਂ ਵੋਟਾਂ ਵਾਲੀ ਮਸ਼ੀਨ ਜਿਹੜੀ ਹੈ ਉਹਦਾ ਬਟਨ ਜਿਹੜਾ ਉਹ ਕਹਿ ਕੇ ਬਦਲਾਓ। ਝਾੜੂ ਵਾਲਾ ਬਟਨ ਜਿਹੜਾ, ਤੁਸੀਂ ਤਾਂ ਖੈਰ ਬਟਨ 2017 'ਚ ਹੀ ਬਦਲ ਲਿਆ ਸੀ। ਝਾੜੂ ਵਾਲਾ ਬਟਨ ਜਿਹੜਾ ਉਹ ਆਪਣਾ ਚੋਣ ਨਿਸ਼ਾਨੀ ਇਹਨਾਂ 'ਚ ਵਧੀਆ, ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ। ਮਾਵਾਂ ਭੈਣਾਂ ਤਾਂ ਦੱਸਣ ਦੀ ਬਿਲਕੁਲ ਹੀ ਲੋੜ ਨਹੀਂ ਪੈਂਦੀ। ਇਹ ਤਾਂ ਸਵੇਰੇ ਸਵੇਰੇ ਹਨੇਰੇ 'ਚ ਵੀ ਭਾਲ ਲੈਂਦੀਆਂ ਨੇ, 5 ਵਜੇ ਵੀ ਕਿੱਥੇ ਜੇ ਪਿਆ। ਤੁਸੀਂ ਬਹੁਤੇ ਖੁਸ਼ ਨਾ ਹੋ, ਜੇ ਲੋੜ ਪਵੇ ਆਥਣੇ ਜੇ ਵੀ ਭਾਲ ਲੈਂਦੀਆਂ ਨੇ ਵੀ ਕਿੱਥੇ ਜੇ ਪਿਆ। ਫਰਕ ਸਿਰਫ ਇੰਨਾ ਕੁ ਹੈ ਕਿ ਸਵੇਰੇ ਝਾੜੂ ਸਫਾਈ ਕਰਨ ਵੇਲੇ ਇੱਧਰਲੇ ਪਾਸੇ ਫੜਨਾ ਪੈਂਦਾ ਹੈ, ਤੇ ਸ਼ਾਮ ਵਾਲੀ ਸਫਾਈ ਕਰਨ ਵੇਲੇ ਥੋੜ੍ਹਾ ਜਿਹਾ ਪਰਲੇ ਪਾਸੇ ਫੜਨਾ ਪੈਂਦਾ। ਘਰ ਦਾ ਸਫਾਈ ਹੋਈ ਹੈ। ਸੋ ਇਹ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ, ਹੁਣ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕਰਾਂਗੇ। ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਜਿਵੇਂ ਦਿੱਲੀ ਦੇ ਵਿੱਚ ਹੋਇਆ, ਚੰਗੇ ਸਕੂਲ ਬਣਾਵਾਂਗੇ। ਸਕੂਲ ਚੰਗੇ ਹੋ ਜਾਣਗੇ, ਤੁਹਾਡੇ ਬੱਚਿਆਂ ਨੂੰ ਵਰਲਡ ਕਲਾਸ ਪੜ੍ਹਾਈ ਮਿਲਣ ਲੱਗ ਜੂਗੀ। ਉਹ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਅਫਸਰ ਬਣਨਗੇ, ਤੁਹਾਡੇ ਘਰਾਂ ਦੀ ਗਰੀਬੀ ਉਹ ਚੱਕਣਗੇ। ਇਹ ਆਪਾਂ ਨੂੰ ਨਹੀਂ ਚੱਕ ਦਿੰਦੇ।
सो वीरो ये जान के अपन इदा रखते हैं क्योंकि इन्होंने पक्का पता है जे गरीबों के बच्चे पढ़ के वो अफसर बन गए, जे अफसर बन गए वो घर की गरीबी चक देंगे, तो गरीबी चक्की गई तो फिर तड़के तड़के अर्जियां हाथ च लैके हाथ बन के लीडर के घर मूरे फिर कौन लैन ला के खड़ूगा। ये जान के रखते हैं कि इन्होंने इत्थे उलझाई रखो, इत्थे ही बस इन्होंने चक्कर च पाई रखो। आम आदमी पार्टी दिल्ली दे विच कर चुकी है, जिन्होंने स्कूलों देखने लिए ट्रंप की वाइफ ने भी कहा मैं स्कूल देखने हैं, मोदी ने बथेरा समझाया ना चेंज करो जी, कहते मतलब देखने हैं। फिर मोदी ने केजरीवाल तो स्कूल की चाबी ले कहते एक खोल दे क्योंकि साढ़े वाले तो है नहीं दिखाने वाले, असं क्या चल रहा खोल देगा क्योंकि देश की बेइज्जती नहीं होनी चाहिए, देश का नाम होना चाहिए। सो फिर ये इन्होंने कमाइया ने। अच्छा तुम मैंने ये दसो 15-15 लाख रुपया आ गया मोदी वाला ले यार तुम कहने साडा भी नहीं है ਉਹਦੇ ਵਾਲਾ 15 ਲੱਖ ਤੱਕ ਕੀ ਆਉਣਾ ਜਿਹੜੇ ਆਪਣੇ ਘਰੇ ਪਏ ਸੀ 2-3 ਹਜ਼ਾਰ ਰੁਪਏ ਕਬੀਲਦਾਰੀ ਵਾਸਤੇ ਨੋਟਬੰਦੀ ਜੀ ਕਰਕੇ ਉਹ ਵੀ ਕਢਾ ਕੇ ਲੈ ਗਏ। ਸਭ ਤੋਂ ਵੱਡਾ ਮੁਸੀਬਤ ਖੜੀ ਹੋਈ ਮਾਵਾਂ ਭੈਣਾਂ ਵਾਸਤੇ, ਮਾਵਾਂ ਭੈਣਾਂ ਵਾਸਤੇ, ਕਿਉਂਕਿ ਮਾਵਾਂ ਭੈਣਾਂ ਨੂੰ ਆਦਤ ਹੁੰਦੀ ਹੈ ਤਾਂ ਚੰਗੀ ਆਦਤ ਹੈ ਇਹ ਵੀ ਥੋੜਾ ਜਿਹਾ ਨਾ ਘਰ ਵਾਲੇ ਨੂੰ ਦੱਸੇ ਬਿਨਾਂ ਅੱਡ ਰੱਖ ਲੈਂਦੀਆਂ ਨੇ, ਚੱਲ ਕਿਤੇ ਐਮਰਜੈਂਸੀ ਵੇਲੇ ਕੰਮ ਆ ਜਾਣਗੇ, ਕੋਈ ਮਾਰ ਠਮਾਰ ਹੋ ਜਾਂਦਾ, ਕੋਈ ਜਵਾਕ ਦੀ ਫੀਸ ਭਰਨੀ ਪੈ ਜਾਂਦੀ ਹੈ, ਨਹੀਂ ਦੱਸਦੇ ਘਰ ਵਾਲੇ ਨੂੰ ਤੇ ਰਾਤ ਨੋਟ ਬਦਲਦੇ। ਉਹ ਹੁਣ ਉਹਨਾਂ ਪੰਗਾ ਪੈ ਗਿਆ, ਨਾ ਉਹ ਦੱਸਣ ਜੋਗੀਆਂ ਨਾ ਰੱਖਣ ਜੋਗੀਆਂ, ਦੱਸਦੀਆਂ ਨੇ ਤਾਂ ਮਰਦੀਆਂ ਨੇ। ਘਰ ਵਾਲਾ ਕਹਿੰਦਾ ਕਿੱਥੋਂ ਕੁੰਡੀ ਲਾਈਏ ਦੱਸ, ਇਹ ਨਹੀਂ ਦੱਸਦੀਆਂ ਕਾਗਜ਼ ਬਣਨਗੇ, ਬੈਂਕ ਜਾ ਨਹੀਂ ਸਕਦੀਆਂ। ਜੋ ਮੈਂ ਕਿਤੇ ਇਹ ਗੱਲ ਬੋਲਤੀ ਇੱਧਰ ਬਠਿੰਡੇ ਦੀ ਰੈਲੀ 'ਚ, ਜਦੋਂ ਮੈਂ रैली खत्म करके गड्डी को गया, 2 मामा आई मेरे को मेरे सिर क्लोज से कहने पुत्ता जी 2000 रुपये वाली 3000 वाली गल कही है ना कि ना दसन जोगियां ये बिल्कुल सही कही है पुत्त। मैं अच्छा जी कहदियाँ हाँ हूँ कहाँ मैं दस दी, मैं चल नहीं दसदा, कहने पेकियां तो बदला के लिया सरकार का काम यह होता कि लोगों लैन चला दो, 150 बंदा मर गया लैन च लग्या नोटबंदी में, कोई है हिसाब किताब नहीं। सो इन्हें की नीड करो, घर नौकरी मिल गई कैप्टन वाली नहीं। 80,000 रुपया कहा महिलावां 18 साल तक हिसाब ला के क्या बजट है करांगे आउणगे पैसे, तो उदों जो सिद्धू कहना ये सारियां धीआं अपना भखारना बनाते हैं, एक केजरीवाल ने बहस कर ले तो आप की कहा कहना 2000 रुपया 8 सिलेंडर साल के 5वीं पास 5000, 8वीं पास 10,000, 10वीं पास 15,000, 12वीं पास 20,000, नाले एक स्कूटरी नाले कंप्यूटर हूँ कोई मशीन है नहीं नोट छापने वाली। कल मैंने एक बंदा कहना भाई आए बोलती भी ये स्कूटरियां उन्होंने भैनों में मिलनियां जिन्होंने भाइयों को कैप्टन वाले स्मार्टफोन मिले हुए, रसीद दिखा दे खाता है कोई मुंह सिरा नहीं, कोई कुछ नहीं, चक के जो मर्जी बोल देंगे हैं। सो वीरो आम आदमी पार्टी जो कहती है वो करती है, जो नहीं कर सकती वो कहते ही नहीं। असी 4 वादे कर लो, 4 वादे पूरे करके 5 पूरे कर दोगे ना लोग शाबाशी देंगे भाई कहने तो बंद किया है। जो 4 पूरे करके 3 रह गए लोग कहेंगे यार घाट रह गई है ला पंजाब का खजाना भी भरांगे, माफिया लीकेज बंद होगी, पैसे खजाने च आउणगे तो फिर पंजाब के लोगों को सहूलत मिलणगी। इस की हर्ज है भाई लोगों का पैसा टैक्स का वो लोगों ने वापस दो, तो फिर की हर्ज है सरकार कर दी दुनिया भर दी बाहर लोगों जिन्हें सोशल सिक्योरिटी कह देंगे ने इत्थे सहूलत देने की जो बनी सरकार सहूलत वास्ते ने। सो इस करके थोड़े को आए हैं कि साढ़े पर यकीन करो, सानू एक बारी हरे रंग का पेन दो तो हरे रंग का पेन पंजाब के लोगों के गरीबों के मजदूरों के किसानों के वो व्यापारियों के आम लोगों के हक च चलूगा। वो हरे रंग का पेन कांग्रेसी अकाली वांगू अपने चांचियां के हक च नहीं चलना या आपके जोड़े आले दुआले जो रह गए उन्होंने हक च। सो मैं तो यही बेनती करना आया क्योंकि रैलियां शायद बंद हो जाए, मिलना गिलना किसी होर तरीके वर्चुअल तरीके रहूगा
ਤੇ ਆਪਾਂ ਪਾਲਣਾ ਕਰਾਂਗੇ ਜੋ ਵੀ ਇਲੈਕਸ਼ਨ ਕਮਿਸ਼ਨ ਦੇ ਆਦੇਸ਼ ਹੋਣਗੇ ਉਹਦੇ ਤੱਕ ਅਮਨ ਸ਼ਾਂਤੀ ਨਾਲ ਵੋਟਾਂ ਪੈਣ ਦੀ ਅਰਦਾਸ ਵੀ ਕਰਦੇ ਹਾਂ। ਤੁਸੀਂ ਵੀ ਅਰਦਾਸ ਕਰਿਓ ਕਿ ਭਾਈਚਾਰਕ ਸਾਂਝ ਨਾ ਟੁੱਟੇ। ਤੇ ਬਾਕੀ ਉਹ ਮੈਂ ਦੱਸਿਆ ਸੀਗਾ ਫਰੀਦਕੋਟੋਂ ਮੈਨੂੰ ਸੇਖੋਂ ਸਾਹਿਬ ਆਏ ਹੋਏ ਫਰੀਦਕੋਟ ਦੇ ਕੈਂਡੀਡੇਟ ਨੇ, ਉਹ ਕਹਿੰਦੇ ਇੱਕ ਵਾਰੀ ਫੇਰ ਸੁਣਾ ਦਿਓ। ਕਹਿੰਦੇ ਵੀ ਉਹ ਜਿਹੜਾ ਬੜਾ ਚੱਲਿਆ ਨਾ ਕਿਹੜਾ, ਉਹ ਕਹਿੰਦੇ ਉਹ ਸੂਟਾਂ ਵਾਲਾ। ਮੈਂ ਕਿਹਾ ਇਹ ਹੱਥੋਂ ਗੱਲ ਦਿਮਾਗ 'ਚ ਆ ਗਈ ਕਿ ਨਵਜੋਤ ਸਿੰਘ ਸਿੱਧੂ ਵਿਆਹਾਂ 'ਚ ਲੈਣ ਦੇਣ ਵਾਲੇ ਸੂਟਾਂ ਵਰਗਾ ਹੈ, ਨਾ ਉਹਨੂੰ ਕੋਈ ਲਿਫਾਫੇ 'ਚੋਂ ਕੱਢਦਾ ਨਾ ਉਹਨੂੰ ਕੋਈ ਸਮਾਉਂਦਾ। ਇੱਦਾਂ ਹੀ ਸੰਦੂਕਾਂ 'ਚ ਪੇਟੀਆਂ 'ਚ ਤੁਰਿਆ ਫਿਰਦਾ ਰਹਿੰਦਾ ਸਾਲੋ ਸਾਲ। ਕਈ ਵਾਰੀ ਆਪਦੇ ਵਾਲਾ ਦੁਆਰੇ ਆ ਜਾਂਦਾ ਉਹਦੇ ਕੋਲੇ, ਤਾਂ ਕਹਿੰਦੇ ਨੇ ਖੋਲਿਓ ਨਾ ਉਹ, ਨਾ ਮੇਰੀ ਕੁੜੀ ਦਾ ਵਿਆਹ 2 ਮਹੀਨੇ ਉੱਧਰ ਨੂੰ ਚੜ੍ਹ ਦਿਆਂਗੇ। ਪਰ ਮਾੜੀ ਗੱਲ ਇਹ ਹੋ ਗਈ ਕਾਂਗਰਸ ਨੇ ਉਹਨੂੰ ਲਿਫਾਫੇ 'ਚੋਂ ਕੱਢ ਲਿਆ। ਹੁਣ ਨਾ ਤਾਂ ਉਹਦੀ ਤਹਿ ਵੱਜੇ ਦੁਬਾਰੇ, ਨਾ ਉਹ ਕਿਸੇ ਪਾਸੋਂ ਮਿਣਿਆ ਜਾਵੇ, ਨਾ ਕੱਟਿਆ ਜਾਵੇ, ਤੇ ਨਾ ਲਿਫਾਫੇ 'ਚ ਦੁਬਾਰੇ ਪੈਂਦਾ ਲਿਫਾਫਾ ਫੜੂਗਾ। ਉਹ ਤਾਂ ਲਿਫਾਫੇ ਦੇ ਉੱਤੇ ਬਸ ਪਰਚੀ ਜੀ ਬਦਲਦੀ ਹੁੰਦੀ ਹੈ, ਕੋਟ ਫੱਤੇ ਵਾਲੀ ਭੂਆ ਦਾ ਸੂਟ ਉੱਥੋਂ ਲਾ ਕੇ ਮਾਮੀ ਦਾ ਸੂਟ ਭੁੱਚੋ ਵਾਲੀ ਦਾ ਐਂ ਹੋ ਜਾਂਦਾ ਹੁੰਦਾ। ਲਿਫਾਫੇ 'ਚ ਨਹੀਂ ਕੱਢਣਾ ਹੁੰਦਾ, ਉਹ ਲਿਫਾਫੇ 'ਚ ਤਾਂ ਮਸ਼ੀਨਾਂ ਨਾਲ ਤਹਿ ਲਾ ਕੇ ਪਾਇਆ ਹੁੰਦਾ, ਕੋਕੇ ਜਿਹੇ ਲਾ ਕੇ ਦੁਕਾਨਦਾਰਾਂ ਨੇ ਇਹ ਕੱਢ ਬੈਠੇ ਤੇ ਹੁਣ ਭੁਗਤਣਗੇ। ਹੁਣ ਦੇਖੋ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਟਰੋਵਰਸੀ ਵਾਲੇ ਬਿਆਨ, ਕਦੇ ਕੋਈ ਯਾਰ ਤੁਸੀਂ ਸਲਾਹ ਤਾਂ ਕਰ ਲਓ, ਆਪਸ 'ਚ ਪਾਰਟੀਆਂ ਸਲਾਹ ਕਰ ਲੈ। ਜੋ ਚੰਨੀ ਕਹਿੰਦਾ ਉਹਦੀ ਫੂਕ ਕਰ ਦਿੰਦਾ, ਸਿੱਧੂ ਜੋ ਸਿੱਧੂ ਕਹਿੰਦਾ ਉਹਦੀ ਫੂਕ ਕਰ ਦਿੰਦਾ, ਬਾਜਵਾ ਜੋ ਬਾਜਵਾ ਕਹਿੰਦਾ ਉਹਦੀ ਫੂਕ ਕਰ ਦਿੰਦਾ ਬਿੱਟੂ। ਸੋ ਇੱਥੇ ਇਹਨਾਂ 'ਚ ਕੋਈ ਤਾਲਮੇਲ ਨਹੀਂ, ਇਹ ਸਿਰਫ ਇੱਕ ਦੂਜੇ ਨਾਲ ਕੁਰਸੀ ਦੀ ਲੜਾਈ ਲੜ ਰਹੇ ਆ। ਆਪਾਂ ਲੜਾਈ ਭ੍ਰਿਸ਼ਟਾਚਾਰ ਵਿਰੁੱਧ, ਆਪਾਂ ਲੜਾਈ ਗਰੀਬੀ ਵਿਰੁੱਧ, ਆਪਾਂ ਬੇਰੁਜ਼ਗਾਰੀ ਵਿਰੁੱਧ। ਆਪਣੇ ਧੀਆਂ ਪੁੱਤ ਜਿਹੜੇ ਬਾਹਰਲੇ ਮੁਲਕਾਂ ਨੂੰ ਭੱਜੇ ਜਾਂਦੇ ਆ, ਭਾਵੇਂ ਜਾਂਦੇ ਤਾਂ ਸਰੀਰ ਆ ਉਹਨਾਂ ਦੇ, ਮਨ ਤਾਂ ਇੱਥੇ ਹੀ ਰਹਿੰਦਾ ਹੈ। ਇੱਥੇ ਹੀ ਉਹਨਾਂ ਨੂੰ ਡਿਗਰੀਆਂ ਮੁਤਾਬਕ ਕੰਮ ਮਿਲ ਜੇ, ਸਾਨੂੰ ਕਿਉਂ 7 ਸਮੁੰਦਰ ਪਾਰ ਧੱਕੇ ਖਾਣੇ ਪੈਣ। ਸੋ ਆ ਜਿਹੜਾ ਚਿੱਟਾ ਵਿਕਦਾ ਹੈ, ਜਿਹਦੇ ਨਾਲ ਦੇਖੋ ਦੁਨੀਆ ਦੇ ਸਭ ਤੋਂ ਵੱਡਾ ਬੋਝ ਮੰਨਿਆ ਗਿਆ ਪਿਓ ਦੇ ਮੋਢੇ ਤੇ ਪੁੱਤ ਦੀ ਅਰਥੀ। ਪਰ ਪੰਜਾਬ ਬਦਕਿਸਮਤੀ ਦੇਖੋ, ਪੰਜਾਬ ਦੀ ਹਰ ਰੋਜ਼ ਅੱਜ ਵੀ ਪਤਾ ਨਹੀਂ ਕਿੰਨੇ ਬਦਕਿਸਮਤ ਬਾਪ ਇਸ ਬੋਝ ਨੂੰ ਢੋਣਗੇ ਆਪਣੇ ਮੋਢੇ ਤੇ। ਚਿੱਟੇ ਦੇ ਮਾਰ ਤੇ, ਗਰੀਬੀ ਮਹਿੰਗਾਈ ਬੇਰੁਜ਼ਗਾਰੀ ਦੇ ਮਾਰ ਤੇ। ਸੋ ਆਹ ਗੱਲਾਂ ਕਰਨ ਤੁਹਾਡੇ ਨਾਲ ਆਇਆ। ਇਸ ਤੋਂ ਬਾਅਦ ਮੈਂ ਜੈਤੋਂ ਜਾਣਾ, ਕਿਉਂਕਿ ਕੋਡ ਲੱਗਣ ਤੋਂ ਪਹਿਲਾਂ ਰੈਲੀ ਖਤਮ ਕਰਨੀ ਹੈ। ਦੋਨੇ ਹੱਥ ਉੱਪਰ ਚੱਕ ਕੇ 2 ਨਾਰੇ ਲਾ ਦਿਓ, ਇਨਕਲਾਬ ਇਨਕਲਾਬ ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।